ਸਾਡੀਆਂ ਜ਼ਮੀਨਾਂ ਖੋਹ ਲਈਆਂ ਗਈਆਂ, ਫਿਰ ਸਾਡੇ ਕਾਰੋਬਾਰ ਠੱਪ ਹੋ ਜਾਣਗੇ। ਜਿਵੇਂ ਪਹਿਲਾਂ ही लॉकडाउन ਦੇ ਵਿੱਚ ਜਿਵੇਂ ਨੋਟਬੰਦੀ ਵੇਲੇ ਦੇ ਸਾਰੇ किसान ਝੰਬੇ ਹੋਏ ने, टेंशनां ਦੇ ਵਿੱਚ ने, ਉਹਨੂੰ भी ਜਦੋਂ 2:41 ਤੇ ਸੰਬੋਧਨ ਹੋ ਰਿਹਾ ਸੀ, ਉਹ ਸਾਰੇ ਆਪਦੇ ਪਰਿਵਾਰ ਦੀ ਚਰਚਾ ਕਰ ਰਿਹਾ ਸੀ ਵੀ ਬਚਪਨ ਦੇ ਵਿੱਚ ਸਾਡਾ ਬਾਪ ਸਾਨੂੰ ਛੱਡ ਕੇ ਕਿਵੇਂ संबोधन करदियां समय यानी उन्होंने एक घबराहट आई है, जिहड़ी स्टेज तो उतर के उन्हें अपने गुआढ़ी जगदेव सिंह नूं दस्सिया भी मैनूं घबरा पै रहा है। तो जगदेव सिंह ते उन्हां दी पत्नी भी नाल आई हुई सी, वो लैके फटाफट ਸਿੰਘਾਂ वाला मैडिसिटी हस्पताल है, उत्थे भी डॉक्टर ने कहा भी मैनूं कुछ दिखदा नहीं, इहदे विच मैं चैकअप कर लैना। चैकअप करन तो बाद उन्हें उन्होंने मृतक करार दिता है। खेती आर्डीनेंस बिलों नूं लैके पंजाब विच किसानां दा प्रदर्शन लगातार जारी है, पर इन्हां प्रदर्शनां दे दौरान किसानां नूं अपनी जान भी गवानी पै रही है। मोगा के कस्बा बाघा पुराना के टोल प्लाजा ते धरना प्रदर्शन कर रहे किसान की भाषण देंदियां अचानक तबीयत खराब हो गई तो किसान उसनूं हस्पताल लैके गए, जिथे डॉक्टरों वालों उसनूं मृतक घोषित कर दिता। मृतक की पत्नी का कहना सी कि उसका पति भारतीय किसान उगराहां वालों लग रहे धरने प्रदर्शन विच रोजाना अपनी शमूलियत करता सी ते इस दौरान अज स्टेज ते भाषण देंदे दौरान उन्हां दी तबीयत खराब हो गई। एकदम थल्ले उतर के कहंदे घबरा पै रहा मैनूं। साडे गवांढी जगदेव सिंह सीगे, उन्हां नूं नाल लैके भी सनाल ही गए सी सारे। ਸਿੰਘਾਂ वाली साडी बेटी है जी, उन्हां नूं नाल लैके उत्थे दवाई लई, इन्हां नूं फिर ज़्यादा हो गई सी। फिर उत्थों रवि डॉक्टर तो दवाई लई, उन्होंने दित्ती एक गोली दी, पता नहीं किन्नी दी, उन्होंने फिर गड्डी लैके उन्होंने लैके मोगे लैके गए हस्पताल। मैनू नहीं पता भी किहड़ा सीगा, 3 हॉस्पिटल से लैके गए सीगे ते वो कहंदे भी मौत हो चुकी है। की कारण की बनया सी जेहड़े हार्ट अटैक होंदा? हार्ट अटैक पहला भी कदे उन्हां नूं कोई प्रॉब्लम आई सी? नहीं जी, पहला कल पहली बार। ਉਹਨਾਂ ਨੂੰ ਉਹ ਇੱਥੇ ਬੋਲਦੇ ਸੀ ਸਟੇਜ ਦੇ ਉੱਤੇ, ਬੋਲਦੇ ਉਹਨਾਂ ਨੂੰ ਘਬਰਾਹਟ ਪਿਆ ਤੇ ਉਹਨਾਂ ਦਾ ਮਤਲਬ ਗੁਆਂਢੀ ਜਗਦੇਵ ਸਿੰਘ ਸੀ, ਉਹਨਾਂ ਦੇ ਕੋਲੇ ਉਹ ਆਏ, ਉਹ ਕਹਿੰਦੇ ਵੀ ਮੈਨੂੰ ਘਬਰਾਹਟ ਹੋਇਆ ਵਾ, ਵੀ ਮੈਨੂੰ ਮਤਲਬ ਵੀ ਚਿੱਤ ਘਬਰਾਉਂਦਾ ਵਾ ਮੇਰਾ। ਉਹ ਜਗਦੇਵ ਸਿੰਘ ਤੇ ਉਹਨਾਂ ਦੀ ਪਤਨੀ ਸੀ ਜਿਹੜੀ, ਇਹ ਲੈ ਕੇ ਉਹਨਾਂ ਨੂੰ ਸਿੰਘਾਂ ਵਾਲੇ, ਇਹਨਾਂ ਦੀ ਬੇਟੀ ਸੀਗੀ, ਉੱਥੇ ਚਲੇ ਗਏ। ਉੱਥੇ ਫਿਰ ਉਹਨਾਂ ਨੇ ਡਾਕਟਰ ਬੁਲਾਇਆ, ਡਾਕਟਰ ਦੇ ਕਹਿੰਦਾ ਵੀ ਮੇਰੇ ਬੱਸੋਂ ਬਾਹਰ ਆ। ਉਹਨਾਂ ਨੇ ਡਾਕਟਰ ਨੇ ਆਪਣੀ ਗੱਡੀ ਲੈ ਲਈ, ਗੱਡੀ ਲੈ ਕੇ ਮੋਗੇ ਚਲੇ ਗਏ। ਮੋਗੇ ਚਲੇ ਗਏ ਤਾਂ 2 ਹਸਪੀਟਲ ਵੀ ਗਏ। ਉੱਥੇ ਜਦੋਂ ਗਏ ਉਹਨਾਂ ਨੂੰ ਜਾਣੀ ਇੱਕ ਤਾਂ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਮਿਲਿਆ, ਦੂਜੇ ਦੇ ਵਿੱਚ ਉਹਨਾਂ ਨੇ ਇਸ਼ਾਰਾ ਦੇਤਾ ਵੀ ਤੁਸੀਂ ਕਿਤੇ ਹੋਰ ਲੈ ਜਾਓ। ਇਹ ਫਿਰ ਗਾਂ ਕਿੱਥੇ ਮੈਡੀਸਿਟੀ ਹਸਪਤਾਲ ਉੱਥੇ ਲੈ ਗਏ। ਉੱਥੇ ਲਿਜਾ ਕੇ ਜਦੋਂ ਉਹਨਾਂ ਨੇ ਫਿਰ ਉਹਨਾਂ ਨੂੰ ਕਹਿਤਾ ਵੀ ਇਹਦੀ ਮੌਤ ਹੋ ਗਈ, ਤੁਸੀਂ ਇਹਨੂੰ ਘਰੇ ਲੈ ਜਾਓ। ਉਸ ਤੋਂ ਬਾਅਦ ਇੱਥੇ ਲੈ ਆਂਦਾ, ਲਿਆ ਕੇ ਇਹਨਾਂ ਨੇ ਵੀ ਆਪਦੀ ਆਗੂਕਾਰਾਂ ਨੇ, ਸਾਡਿਆਂ ਨੇ, ਜਥੇਬੰਦੀਆਂ ਦੇ ਆਗੂਕਾਰਾਂ ਨੇ, ਇਹਨਾਂ ਨੇ ਆਪਦੀਆਂ ਮੀਟਿੰਗ ਕੀਤੀ। ਫਿਰ ਉਸ ਤੋਂ ਬਾਅਦ ਦੇ ਵਿੱਚ ਸਿੰਘਾਂ ਵਾਲੇ ਉਹਨਾਂ ਨੂੰ ਉੱਥੇ ਰੱਖਿਆ। ਕਾਰਨ ਜੀ ਉਹਨਾਂ ਨੂੰ ਅਟੈਕ ਬਸ ਟੈਨਸ਼ਨ ਇਹੀ ਲੈਂਦੇ ਸੀ ਕਿਉਂਕਿ ਉਹ ਜਥੇਬੰਦੀਆਂ ਦੇ ਵੀ ਮਤਲਬ ਨਾਲ ਰਹਿੰਦੇ ਸੀਗੇ। ਇੱਥੇ ਸਾਰਾ ਕਾਰੋਬਾਰ ਜਿਹੜਾ ਸਟੇਜ ਦਾ ਉਹ ਸੰਭਾਲਦੇ ਸੀ, ਲਿਖਤਾ ਪੜ੍ਹਤੀ ਦਾ ਕੰਮ ਕਰਦੇ ਸੀਗੇ ਤੇ ਉਹਨਾਂ ਨੂੰ ਆਈ ਰਹਿੰਦਾ ਸੀਗਾ ਵੀ ਇਹ ਮਤਲਬ ਜੇ ਸਰਕਾਰ ਨੇ ਆਪਣੀਆਂ ਜ਼ਮੀਨਾਂ ਰੋਕ ਲਈਆਂ ਤੇ ਆਪਣੇ ਬੱਚੇ ਕੀ ਕਰਨਗੇ, ਆਪਾਂ ਕੀ ਕਰਾਂਗੇ, ਆਪਾਂ ਹਰ ਟਾਈਮ ਸੜਕਾਂ ਦੇ ਉੱਤੇ ਆ ਕੇ ਬਹਿੰਦੇ ਆ ਤੇ ਆਪਣਾ ਕੀ ਹੋਊਗਾ, ਕਿਵੇਂ ਹੋਊਗਾ, ਜਾਨੀ ਦਿਮਾਗ ਤੇ ਬਹੁਤ ਟੈਨਸ਼ਨ ਲੈਂਦੇ ਸੀ। ਹਾਂਜੀ, ਟੈਨਸ਼ਨ ਦੇ ਕਾਰਨ ਹੀ ਉਹਨਾਂ ਨੂੰ ਸਾਰਾ ਕੁਝ ਹੋਇਆ ਵੀ ਜਾਨੀ ਕਿ ਵੀ ਸਰਕਾਰ ਨੇ ਇੰਨੀਆਂ ਆਪਣਾ ਟੈਨਸ਼ਨਾਂ ਪਾਈਆਂ ਹੋਈਆਂ ਤੇ ਆਪਾਂ ਕੀ ਕਰਾਂਗੇ। उधर किसान आगुआ ने मृतक के परिवार लिए सरकार तो 10 लाख रुपए मुआवजा और सरकारी नौकरी की मांग की है। ਜਿਹੜਾ ਇਸ ਮੋਰਚੇ ਦੌਰਾਨ ਸ਼ਹੀਦ ਹੋਇਆ ਉਹ ਪਹਿਲਾਂ ਹੀ ਸਰਕਾਰ ਦੀਆਂ ਨੀਤੀਆਂ ਤੋਂ ਜਿਹੜਾ ਉਹ ਇੱਕ ਸਟੇਜ ਤੋਂ ਬਿਆਨ ਕਰਦਾ ਹੁੰਦਾ ਸੀ ਵੀ ਜੇ ਸਾਡੀਆਂ ਜ਼ਮੀਨਾਂ ਖੋਹ ਲਈਆਂ ਗਈਆਂ ਫਿਰ ਸਾਡੇ ਕਾਰੋਬਾਰ ਠੱਪ ਹੋ ਜਾਣਗੇ। ਜਿਵੇਂ ਪਹਿਲਾਂ ਹੀ ਲੋਕਡਾਊਨ ਦੇ ਵਿੱਚ ਜਿਵੇਂ ਨੋਟਬੰਦੀ ਵੇਲੇ ਦੇ ਸਾਰੇ किसान ਝੰਬੇ ਹੋਏ ਨੇ, ਟੈਂਸ਼ਨਾਂ ਦੇ ਵਿੱਚ ਨੇ, ਲਗਾਤਾਰ ਕੋਈ ਖੁਦਕੁਸ਼ੀ ਕਰ ਰਿਹਾ ਹੈ ਜਾਂ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਕੋਈ ਅਟੈਕ ਵਰਗੇ ਦੇ ਮਰੀਜ਼ ਹੈ। ਇੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ। ਉਹਨੂੰ ਵੀ ਜਦੋਂ 2:41 ਤੇ ਸੰਬੋਧਨ ਹੋ ਰਿਹਾ ਸੀ, ਉਹ ਸਾਰੇ ਆਪਦੇ ਪਰਿਵਾਰ ਦੀ ਚਰਚਾ ਕਰ ਰਿਹਾ ਸੀ ਵੀ ਬਚਪਨ ਦੇ ਵਿੱਚ ਸਾਡਾ ਬਾਪ ਸਾਨੂੰ ਛੱਡ ਕੇ ਕਿਵੇਂ ਚਲਿਆ ਗਿਆ, ਸਾਡੀ ਮਾਤਾ ਨੇ ਕਿਹੜੇ ਹਾਲਾਤਾਂ ਦੇ ਵਿੱਚ ਜਾਣੀ ਸਾਨੂੰ ਪਾਲਿਆ
ਤੇ ਹੁਣ ਕਿਹੋ ਜਿਹੇ ਹਾਲਾਤ ਨੇ ਜਿਨ੍ਹਾਂ 'ਚ ਸਾਡੇ ਬੱਚੇ ਵੀ ਜਿਹੜੇ ਸੁਰੱਖਿਅਤ ਨਹੀਂ ਹੈਗੇ, ਸਾਡਾ ਕਾਰੋਬਾਰ ਸੁਰੱਖਿਅਤ ਨਹੀਂ ਹੈਗਾ। ਜਿਹੜੀ ਮੋਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਹੈ ਉਹਦੇ ਤਹਿਤ ਸਾਰੇ ਕਾਰੋਬਾਰ ਠੱਪ ਹੋ ਰਹੇ ਨੇ, ਸਾਥੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਸਾਡਾ ਕੀ ਬਣੂ। ਇਸ ਗੱਲ ਤੋਂ ਵੱਡਾ ਫਿਕਰਮੰਦ ਸੀ ਸਾਡਾ ਜਗਰੂਪ ਸਿੰਘ, ਸਾਨੂੰ ਸੇਧ ਦੇਣ ਵਾਲਾ ਇਨਸਾਨ ਸੀ ਜੋ ਸਟੇਜ ਤੇ ਹਰ ਰੋਜ਼ ਲਿਖਤ ਪੜ੍ਹਤ ਕਰਦਾ ਸੀ, ਸੈਕਟਰੀ ਦੀ ਸੇਵਾ ਵੀ ਨਿਭਾਉਂਦਾ ਹੁੰਦਾ ਸੀ ਤੇ ਲਗਾਤਾਰ ਸੰਬੋਧਨ ਵੀ ਕਰਦਾ ਹੁੰਦਾ ਸੀ। ਉਹ ਸੰਬੋਧਨ ਕਰਦਿਆਂ ਸਮੇਂ ਜਾਨੀ ਉਹਨੂੰ ਇੱਕ ਘਬਰਾਹਟ ਆਈ ਹੈ, ਜਿਹੜੀ ਸਟੇਜ ਤੋਂ ਉਤਰ ਕੇ ਉਹਨੇ ਆਪਣੇ ਗੁਆਂਢੀ ਜਗਦੇਵ ਸਿੰਘ ਨੂੰ ਦੱਸਿਆ ਵੀ ਮੈਨੂੰ ਘਬਰਾ ਪੈ ਰਿਹਾ ਹੈ। ਤੇ ਉਹ ਜਗਦੇਵ ਸਿੰਘ ਤੇ ਉਹਨਾਂ ਦੀ ਪਤਨੀ ਵੀ ਨਾਲ ਆਈ ਹੋਈ ਸੀ। ਉਹ ਲੈ ਕੇ ਫਟਾਫਟ ਸਿੰਘਾਂ ਵਾਲਾ ਪਿੰਡ ਇੱਥੋਂ 2-4 ਕਿਲੋਮੀਟਰ ਉੱਥੇ ਉਹਦੀ ਲੜਕੀ ਦੇ ਘਰ ਗਏ ਹੈ, ਡਾਕਟਰ ਬੁਲਾਇਆ। ਡਾਕਟਰ ਨੇ ਕਿਹਾ ਵੀ ਇਹ ਜ਼ਿਆਦਾ ਸੀਰੀਅਸ ਹੈ, ਵੀ ਇਹਨੂੰ ਕੋਈ ਦਵਾਈ ਨਹੀਂ, ਆਪਾਂ ਮੋਗੇ ਲੈ ਕੇ ਚਲੀਏ। ਜਾਣੀ ਉਹ ਸਾਰੇ ਜਾਣੇ ਉਹਨੂੰ ਡਾਕਟਰ ਦੀ ਗੱਡੀ ਲੈ ਕੇ ਤੇ ਮੋਗੇ ਲੈ ਕੇ ਗਏ ਹੈ। ਮੋਗੇ ਪਹਿਲਾਂ ਜਿਹੜਾ ਕੋਈ ਸੰਜੀਵ ਚਲਾਣਾ ਡਾਕਟਰ ਉਹਦੇ ਗਏ ਆ, ਉਹ ਡਾਕਟਰ ਨਹੀਂ ਮਿਲਿਆ। ਫਿਰ ਸੁਖਮਨੀ ਹਸਪਤਾਲ ਗਏ ਆ ਬੰਦ ਫਾਟਕਾਂ ਕੋਲੇ ਤੇ ਉੱਥੇ ਉਹਨਾਂ ਨੇ ਇਸ਼ਾਰਾ ਦਿੱਤਾ ਵੀ ਸਾਡੇ ਵੱਸ ਤੋਂ ਬਾਹਰ ਦੀ ਗੱਲ ਹੈ, ਇਹਨੂੰ ਕਿਤੇ ਹੋਰ ਹਸਪਤਾਲ ਲੈ ਜਾਓ। ਉਸ ਤੋਂ ਬਾਅਦ ਜਿਹੜਾ ਮੈਡੀਸਿਟੀ ਹਸਪਤਾਲ ਹੈ ਉੱਥੇ ਵੀ ਡਾਕਟਰ ਨੇ ਕਿਹਾ ਵੀ ਮੈਨੂੰ ਕੁਝ ਦਿਖਦਾ ਨਹੀਂ ਇਹਦੇ ਵਿੱਚ, ਮੈਂ ਚੈੱਕਅਪ ਕਰ ਲੈਣਾ। ਚੈੱਕਅਪ ਕਰਨ ਤੋਂ ਬਾਅਦ ਉਹਨੂੰ ਮ੍ਰਿਤਕ ਕਰਾਰ ਦਿੱਤਾ। ਆਹ ਘਟਨਾ ਵਾਪਰੀ ਹੈ, ਤਕਰੀਬਨ 40-50 ਮਿੰਟਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਮੌਤ ਹੋ ਗਈ। ਤੁਹਾਡੀ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਤੋਂ ਕੀ ਮੰਗ ਕੀਤੀ ਜਾਂਦੀ ਹੈ ਉਹਨਾਂ ਦੀ? ਸਰਕਾਰ ਤੋਂ ਅਸੀਂ ਪਹਿਲਾਂ ਵੀ ਮੰਗ ਕਰਦੇ ਹਾਂ ਵੀ ਜਿਹੜੇ ਕੋਈ ਇੱਥੇ ਕਰਜ਼ੇ ਦੀ ਸਮੱਸਿਆ ਹੈਗੀ ਹੈ, ਹੋਰ ਟੈਨਸ਼ਨਾਂ ਨੇ, ਸਾਡੇ ਕਾਰੋਬਾਰ ਦੇ ਜਾੜੇ ਦੀ ਸਮੱਸਿਆ, ਇਹਦੇ ਤਹਿਤ ਜੇ ਕੋਈ ਖੁਦਕੁਸ਼ੀ ਕਰ ਜਾਂਦਾ ਹੈ ਜਾਂ ਕੋਈ ਉਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ, ਉਹ ਸਿੱਧੀ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ ਉਸ ਗੱਲ ਦੀ। ਆਪਾਂ ਇਹ ਗੱਲ ਮਨਵਾਈ ਹੋਈ ਹੈ। ਇਸ ਕਰਕੇ ਆਪਣਾ ਜਿਹੜਾ ਸੰਘਰਸ਼ ਚੱਲਦੇ ਦੇ ਵਿੱਚ ਇਹ ਸ਼ਹੀਦ ਜਗਰੂਪ ਸਿੰਘ ਸ਼ਹੀਦ ਹੋਇਆ, ਇਹਦੇ ਵਾਸਤੇ ਅਸੀਂ ਇਹਦੇ ਪਰਿਵਾਰ ਨੂੰ ਜਾਨੀ ਮੁਆਵਜ਼ਾ ਦੀ ਮੰਗ ਕੀਤੀ ਹੈ ਵੀ ਇਹਦਾ ਪਰਿਵਾਰ ਰੁਲਣ ਨਾ ਦਿੱਤਾ ਜਾਵੇ। 10 ਲੱਖ ਰੁਪਈਆ ਜਿਹੜਾ ਮੁਆਵਜ਼ਾ ਦਿੱਤਾ ਜਾਵੇ, ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਯੋਗਤਾ ਮੁਤਾਬਕ, ਤੇ ਸਾਰਾ ਕਰਜ਼ਾ ਜਿਹੜਾ ਕੋਈ ਉਹਦਾ ਉਹ ਮਾਫ ਕੀਤਾ ਜਾਵੇ। ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨ ਆਗੂਆਂ ਦੀ ਮੰਗ ਤੇ ਕਿ ਪੀੜਤ ਪਰਿਵਾਰ ਨੂੰ ਸਰਕਾਰ ਵੱਲੋਂ ਮੁਆਵਜ਼ਾ ਜਾਂ ਸਰਕਾਰੀ ਨੌਕਰੀ ਦਿੱਤੀ ਜਾਂਦੀ ਹੈ ਕਿ ਨਹੀਂ।